श्री वाहिगुरु साहिब जीओ। दिन ते पहर पहर ते घड़ियां आव कटै तन सीजै। काल हेरी फिरै बदक ज्यों कहो कवन बिद कीजै। दिन ते पहर पहर ते घड़ियां आव कटै तन सीजै। काल हेरी फिरै बदक ज्यों कहो कवन बिद कीजै। सो दिन आवन लागा मात पिता भाई सुत बनता। कहो को है काका रहाओ। जब लग जोत काया में बरतै आपा पशु ना बुझै। लालच करे जीवन पद कारण लोचन कछु ना सुझै। कहत कबीर सुनो रे प्राणी छोड़ो मन के परमा। केवल नाम जपो रे प्राणी परो एक की शरणा। कहत कबीर सुनो रे प्राणी छोड़ो मन के परमा। केवल नाम जपो रे प्राणी परो एक की शरणा। वाहिगुरु जी का खालसा वाहिगुरु जी की फतेह। निमाणियों के मान निताणियों के तान न्योटियों की ओट। दसां पातशाहियां की जोत गुरता गद्दी ते बिराजमान। धन 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 श्री गुरु ग्रंथ साहिब जी की हजूरी अंदर जुड़ मिल बैठे गुरु प्यार वालियो। लवाओ हाजरियां बुलाओ फतेह। वाहिगुरु जी का खालसा वाहिगुरु जी की फतेह। वड भागी हो तंता दे जोग हो जो कि रोजाना दी तरह अमृत वेले दी दात सतगुरां ने बख्श के निवाजना कीता है। घरों चल करके गुरु चरना तक पहुंचे हो अपने पैरां नूं पवित्र कीता है। सतगुरु दे दीदार कीते हन। सतगुरु नूं नस मस्तक हो करके शरीर नूं पवित्र कीता है। आओ सतगुरु सच्चे पातशाह जी ने जो पावन हुक्मनामे दी दात बख्शना कीती है। पावन हुक्मनामे दी विचार नूं हिरदे विच वसाउण दा यतन करिए ते सतगुर दे घरों खुशियां प्राप्त करना करिए। गुरु रूप गुरु खालसा जी अज दा जो पावन मुखवाक राग धनासरी अंदर श्रोमणी भगत भगत कबीर साहब जी राग धनासरी विच उपदेश करदे ने कि मनुख दा जीवन किवें बतीत होंदा है ते सारी जिंदगी मनुख करदा की है ते मनुख नूं करना की चाहीदा है। भगत कबीर साहब दिन ते पहर पहर ते घड़ियां आव कटै तन सीजै। कहंदे ने भाई पैरां तो घड़ियां इस तरीके दे नाल भाव घंटियां तो मिनट मिनट तो सेकंड इस तरीके दे नाल जो शरीर दा मनुखी जामे दा जो समय घटदा जा रहा है ते आप कटे तन सीजे। आप कहंदे ने उमर नूं घटे घटदी जा रही है। तन कहंदे शरीर नूं सीजे कहंदे कमजोर हो जाना।
ਕਹਿੰਦੇ ਨੇ ਰੋਜ਼ਾਨਾ ਦਿਨ ਪ੍ਰਤੀ ਇਹ ਉਮਰ ਜਿਹੜੀ ਹੈ ਘਟਦੀ ਜਾ ਰਹੀ ਹੈ ਤੇ ਸਰੀਰ ਗੁਰੂ ਪਿਆਰਿਓ ਕਮਜ਼ੋਰ ਹੁੰਦਾ ਜਾ ਰਿਹਾ। ਔਰ ਇਹ ਸਚਾਈ ਹੈ। ਬਚਪਨ ਵਿੱਚ ਸਰੀਰ ਹੋਰ ਹੈ, ਜਵਾਨੀ ਵਿੱਚ ਹੋਰ ਹੈ, ਬੁਢੇਪੇ ਵਿੱਚ ਹੋਰ ਹੈ। ਭਗਤ ਕਬੀਰ ਸਾਹਿਬ ਕਹਿੰਦੇ ਜਿੱਥੇ ਉਮਰ ਘਟਦੀ ਜਾ ਰਹੀ ਹੈ ਉੱਥੇ ਸਰੀਰ ਵੀ ਕਮਜ਼ੋਰ ਹੋ ਰਿਹਾ। ਤੇ ਕਾਲ ਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ ਕੀਜੈ। ਜਿਵੇਂ ਕੋਈ ਜੰਗਲ ਵਿੱਚ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਫੜਨ ਵਾਸਤੇ ਤਿਆਰ ਹੁੰਦਾ ਹੈ, ਕਹਿੰਦੇ ਉਹ ਜਿਹੜੀ ਕਾਲ ਰੂਪੀ ਹੈ, ਕਾਲ ਜਿਹੜਾ ਤੈਨੂੰ ਫੜਨ ਵਾਸਤੇ ਤਿਆਰ ਹੈ, ਉਸ ਤੇ ਬਚਣ ਵਾਸਤੇ ਕੁਝ ਕੀਤਾ ਹੈ। ਕਬੀਰ ਸਾਹਿਬ ਕਹਿੰਦੇ ਕਹੋ ਕਵਨ ਬਿਦ ਕੀਜੈ, ਕੋਈ ਯਤਨ ਕੀਤਾ ਸੋ ਦਿਨ ਆਵਨ ਲਾਗਾ, ਉਹ ਦਿਨ ਦੂਰ ਨਹੀਂ। ਗੁਰੂ ਰੂਪ ਗੁਰੂ ਖਾਲਸਾ ਜੀ ਕਹਿੰਦੇ ਭਗਤ ਕਬੀਰ ਸਾਹਿਬ ਦੀ ਜਦੋਂ ਮੌਤ ਨੇ ਤੈਨੂੰ ਆਪਣੇ ਵੱਸ ਵਿੱਚ ਕਰ ਲੈਣਾ ਤੇ ਮਨ ਦਾ ਭੁਲੇਖਾ ਨਾ ਹੋਵੇ ਕਿ ਮਾਤ ਪਿਤਾ ਭਾਈ ਸੁਧ ਮੰਤਾ ਕਹੋ ਕਉ ਹੈ ਕਾਕਾ, ਕਿ ਇਹਨਾਂ ਵਿੱਚੋਂ ਤੈਨੂੰ ਕੋਈ ਛਡਾ ਲਵੇਗਾ। ਮਾਤਾ ਪਿਤਾ ਭਰਾ ਭੈਣ ਘਰਵਾਲੀ ਬੱਚੇ ਕਹਿੰਦੇ ਕਿਸੇ ਨੇ ਵੀ ਤੈਨੂੰ ਛਡਾਉਣਾ ਨਹੀਂ। ਤੇ ਮਨੁੱਖ ਦਾ ਜੀਵਨ ਕਿਵੇਂ ਬਤੀਤ ਹੁੰਦਾ, ਕਹਿੰਦੇ ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸੂ ਨਾ ਬੂਝੈ। ਜਿੰਨਾ ਚਿਰ ਇਹਦੇ ਅੰਦਰ ਪ੍ਰਮਾਤਮਾ ਦੀ ਜੋਤ ਵਰਤਦੀ ਹੈ ਇਹ ਗੁਰੂ ਪਿਆਰੇ ਹਉਮੈ ਵਿੱਚ ਜੀਵਨ ਬਤੀਤ ਕਰਦਾ ਹੈ। ਭਾਵ ਆਪਣੇ ਆਪ ਨੂੰ ਬਹੁਤ ਚੰਗਾ ਸਮਝਦਾ ਹੈ, ਸਾਰੀ ਜ਼ਿੰਦਗੀ ਲਾਲਚ ਕਰਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਲਾਲਚ ਕਰੇ ਜੀਵਨ ਪਦ ਕਾਰਨ, ਜੀਵਨ ਜਿਉਣ ਵਾਸਤੇ ਚੰਗਾ ਸੁਖ ਮਾਣਨ ਵਾਸਤੇ ਇਹ ਸਾਰੀ ਜ਼ਿੰਦਗੀ ਲਾਲਚ ਕਰਦਿਆਂ ਪਦਾਰਥ ਇਕੱਠੇ ਕਰ ਲੈਂਦਾ ਹੈ, ਅਖੀਰਲਾ ਸਮਾਂ ਆ ਜਾਂਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ ਜਿੰਨੇ ਪਦਾਰਥ ਜਿੰਨਾ ਕੁਝ ਇਕੱਠਾ ਕੀਤਾ ਸਭ ਕੁਝ ਇੱਥੇ ਰਹਿ ਜਾਣਾ, ਕੇਵਲ ਪਰਮੇਸ਼ਰ ਦਾ ਨਾਮ ਨਾਲ ਜਾਣਾ। ਅਖੀਰਲੀਆਂ ਪੰਕਤੀਆਂ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਕਹਿਤ ਕਬੀਰ ਸੁਨੋਰੇ ਪ੍ਰਾਨੀ ਛੋਡੋ ਮਨ ਕੇ ਭਰਮ। ਇਹ ਭਰਮ ਛੱਡ ਦੇ, ਪਦਾਰਥ ਨਾਲ ਜਾਣਗੇ, ਮਾਇਆ ਨਾਲ ਜਾਵੇਗੀ। ਭਗਤ ਕਬੀਰ ਸਾਹਿਬ ਕਹਿੰਦੇ ਕੁਝ ਨਹੀਂ ਨਾਲ ਜਾਣਾ, ਇਹ ਤੇਰੇ ਮਨ ਦਾ ਭਰਮ ਹੈ। ਤੇ ਕੀ ਨਾਲ ਜਾਵੇਗਾ, ਕਹਿੰਦੇ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸਰਨਾ। ਜਿਹੜਾ ਭਾਈ ਸਾਰਿਆਂ ਦੇ ਕਾਰਜ ਸਵਾਰਦਾ ਹੈ, ਜਿਹੜਾ ਸਾਰਿਆਂ ਦੀਆਂ ਬੇਨਤੀਆਂ ਅਰਦਾਸਾਂ ਪ੍ਰਵਾਨ ਕਰਦਾ ਹੈ, ਭਗਤ ਕਬੀਰ ਸਾਹਿਬ ਕਹਿੰਦੇ ਉਹਨੂੰ ਜਪਣਾ ਕਰ, ਉਹਦੀ ਸ਼ਰਨ ਵਿੱਚ ਆਉਣਾ ਕਰ। ਭਗਤ ਕਬੀਰ ਸਾਹਿਬ ਜੀ ਸਾਰਾ ਦਿਨ ਕੱਪੜੇ ਬੁਣਨ ਦਾ ਕੰਮ ਕਰਨਾ। ਬਾਣੀ ਦਾ ਵੀ ਬਚਨ ਹੈ ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਜ ਕੁਲਾ ਜੋ ਲਾਹਰ ਭਇਓ ਗੁਨੀ ਗਹੀਰਾ। ਸਾਰਾ ਦਿਨ ਗੁਰੂ ਪਿਆਰਿਓ ਕੰਮ ਕਰਨਾ। ਪਰ ਜੇ ਕਿਸੇ ਨੇ ਭਗਤ ਕਬੀਰ ਸਾਹਿਬ ਦੇ ਘਰ ਆ ਜਾਣਾ, ਦਰ ਤੇ ਆ ਜਾਣਾ, ਕੁਝ ਮੰਗਣਾ ਤੇ ਸਾਰਾ ਕੁਝ ਹੀ ਦੇ ਦੇਣਾ। ਕਦੇ ਕਿਸੇ ਨੂੰ ਮਨਾ ਨਹੀਂ ਕਰਨੀ। ਐਸਾ ਪ੍ਰਸ਼ਾਦਾ ਛਕਾਉਣਾ, ਲੋੜਵੰਦ ਨੂੰ ਹਰ ਲੋੜ ਪੂਰੀ ਕਰਕੇ ਦੇਣੀ। ਭਗਤ ਕਬੀਰ ਸਾਹਿਬ ਦੀ ਮਾਤਾ ਬਹੁਤ ਮਨ ਵਿੱਚ ਗੁਰੂ ਪਿਆਰਿਓ ਚਿੰਤਾ ਕਰਨ ਲੱਗ ਪਏ। ਹਰ ਇੱਕ ਮਾਂ ਦਾ ਇਹ ਹੁੰਦਾ ਹੈ ਕਿ ਕਮਾਉਂਦਾ ਤੇ ਬੜਾ ਹੈ, ਪਰ ਇਹ ਜੋ ਕੋਈ ਆਉਂਦਾ ਹੈ ਤਾਂ ਉਹਨੂੰ ਵੰਡ ਵੀ ਦਿੰਦਾ, ਰੱਖਦਾ ਕੁਝ ਨਹੀਂ। ਪਰ ਹੁਣ ਕੀ ਹੋਇਆ ਗੁਰੂ ਪਿਆਰਿਓ, ਬੁਣਨਾ ਤਨਨਾ ਤਿਆਗ ਕੇ ਭਗਤ ਕਬੀਰ ਸਾਹਿਬ ਨੇ ਇਹ ਜਿਹੜਾ ਕੰਮ ਸੀ ਬੁਣਨ ਦਾ ਇਹ ਛੱਡ ਦਿੱਤਾ। ਕੰਮ ਕੀ ਕੀਤਾ, ਪਰਮਾਤਮਾ ਦੇ ਚਰਨਾਂ ਵਿੱਚ ਮਨ ਜੋੜ ਲਿਆ। ਜਿੱਥੇ ਭਗਤ ਕਬੀਰ ਸਾਹਿਬ ਦਾ ਘਰ ਹੈ ਨੇੜੇ ਗੰਗਾ ਵਗਦੀ ਸੀ, ਕਹਿੰਦੇ ਗੰਗਾ ਤੇ ਜਾ ਕੇ ਉੱਥੇ ਬੈਠ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਮਨ ਜੋੜ ਲੈਣਾ। ਤੇ ਭਗਤ ਕਬੀਰ ਸਾਹਿਬ ਜੀ ਦੀ ਮਾਤਾ ਚਿੰਤਾ ਵਿੱਚ ਪੈ ਗਏ, ਕੰਮ ਕੋਈ ਕਰਦਾ ਨਹੀਂ, ਅੱਗੇ ਬੱਚੇ ਨੇ, ਬੱਚਿਆਂ ਦਾ ਕਿਵੇਂ ਚੱਲੇਗਾ, ਪਰਿਵਾਰ ਦੇ ਅਨੇਕਾਂ ਖਰਚੇ ਹੁੰਦੇ ਨੇ, ਕਿਵੇਂ ਚੱਲਣਗੇ। ਕਹਿੰਦੇ ਨੇ ਬਾਣੀ ਦਾ ਬਚਨ ਆਉਂਦਾ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੋ ਰਗਰਾਈ। ਭਗਤ ਕਬੀਰ ਸਾਹਿਬ ਦੀ ਮਾਤਾ ਚਿੰਤਾ ਕਰਨ ਲੱਗ ਪਈ, ਕਿਵੇਂ ਮੇਰੇ ਬੱਚੇ ਦਾ ਚੱਲੇਗਾ। ਹਰ ਇੱਕ ਮਾਂ ਵਿਚਾਰ ਕਰਦੀ ਹੈ ਕਿਵੇਂ ਇਹਦਾ ਪਰਿਵਾਰ ਚੱਲੇਗਾ। ਗੁਰੂ ਪਿਆਰਿਓ, ਪਰ ਪ੍ਰਮਾਤਮਾ ਵਾਹਿਗੁਰੂ ਨੂੰ ਜਪਣ ਵਾਲੇ ਦੇ ਕਾਰਜ ਫਿਰ ਪਰਮੇਸ਼ਰ ਆਪ ਕਰਦਾ ਹੈ। ਔਰ ਇਹ ਸੱਚਾਈ ਹੈ, ਜਿਸ ਦਿਨ ਸਾਡਾ ਪਿਆਰ ਪਰਮੇਸ਼ਰ ਨਾਲ ਪੈ ਜਾਵੇਗਾ ਤੁਸੀਂ ਦੇਖੋਗੇ ਸਾਰੇ ਕਾਰਜ ਗੁਰੂ ਸਾਹਿਬ ਆਪ ਸਵਾਰਦੇ ਆ। ਭਗਤ ਕਬੀਰ ਸਾਹਿਬ ਦੀ ਬੇਟੀ
ਜਿਹਦਾ ਗੁਰੂ ਪਿਆਰਿਓ ਵਿਆਹ ਰੱਖ ਦਿੱਤਾ, ਘਰ ਵਿੱਚ ਕੋਈ ਪੈਸਾ ਨਹੀਂ, ਵਿਆਹ ਦੀ ਤਰੀਕ ਪੱਕੀ ਕਰ ਦਿੱਤੀ। अब मैं बेनती करा, कहत कबीर सुनो रे प्राणी, छोड़ो मन के भरमा, सारे भरम छड़ के केवल नाम जपना करो। कहंदे ने विआह दी तरीक पक्की कर दित्ती, 3 दिन रह गए। भगत कबीर साहब दी माता बचन करदे है, पुत्र कबीर जो कुछ घर विच सी तू दान कर दिता, वंड दिता, हुण घर विच बचिया कुछ नहीं, पर हुण बेटी दा विआह नेड़े है, तेरे तो बचा के एक थान रखिया सी खद्दर दा, उन्होंने बेचिया ते उहदे नाल समान लिया। बेटी दा विआह एक कारज चंगी तरह करना है, तेरे कोल भी चंगे कपड़े नहीं, खद्दर दा तू कुर्ता पाया, ये चंगा नहीं लगना। बच्चियां वास्ते भी कपड़े लिया, जो माया बनेगी उहदे नाल ये सारा कारज करिया। कहंदे ने भगत कबीर साहब जी गुरु प्यारे वो खद्दर दा थान ले करके बाजार विच चले कि इहनूं बेच के आवांगा, की देखदे आ गुरु प्यारिओ। कुछ जदों बाजार विच गए, अगों एक साधु महात्मा साधु भगत कबीर साहब कोल आ गया ते कबीर साहब ने पुछदा है, कहंदे प्यारिआ कबीर साहब दा घर किथे है? कबीर साहब मनो मन सोचण लग पे, मेरा ही घर पुछदा, कारण की है? कहंदे महात्मा जी की चाहिदा है? कहंदे मैं सुनिया भगत कबीर साहब किसे नूं खाली नहीं मोड़दे। कहंदे तुहानूं की लोड़ है? कहंदे ठंड दा समा है, मेरे कोल कपड़ा नहीं, मैं भगत कबीर साहब कोलों कपड़ा लैण आया। आखो सतनाम। हुण भगत कबीर साहब सोचदे आ, जे घर चले गए, घर दस भी दिता, घर कुछ है नहीं, माता ने फिर झिड़कना। कहंदे ने भगत कबीर साहब कहंदे आ मेरे कोल थान है, दे विचों कुछ कपड़ा ले लो, तुसीं अपने वस्त्र बना लो। कहंदे मैनूं भी बनाउणे आ, मेरे परिवार नूं भी चाहीदे है। भगत कबीर साहब कहंदे सारा थान जिहड़ा इहदे नाल चल जाएगा, कहंदे सारा हो जाएगा, दे दो। गुरु प्यारे किड्डी कि दृढ़ता जदों सिख दे मन विच आउंदी है ना, फिर महाराज कारज करदा। जदों दुबदा रहेगी फिर कारज नहीं हुंदे। भगत कबीर साहब जी गुरु प्यारिओ वो जिहड़ा थान सी ना लियांदा सी बच्ची दे कारज वास्ते, वेच के जो कारज करांगा, पर होया कि साधु महात्मा नूं दान कर दिता। वो दान करके मन विच हुण गल आई कि जे घर गया ते मां ने डांटना, 3 दिन विआह दे रह गए, विआह किवें होवेगा? ते सारी जिंदगी ते मैं लोकां नूं इह विश्वास दिलाउंदा रहा, संगत कराउंदा रहा, जिहड़ा मेरे कोल बैठदा सी ओनूं कहंदा रहा कि भाई परमेश्वर दा नाम जप, वो कारज आप करदा है। हुण किवें होवेगा कारज? गुरु प्यारिओ गंगा दे किनारे जा करके अपने गोडियां 'च अपना मूंह रख के कहंदे उत्थे जाके बैठ गए। तवारीख विच आउंदा है भगत कबीर साहब गंगा दे किनारे परमेश्वर नूं चेता करन लग पए, परमात्मा वाहिगुरू जी सारी जिंदगी मैं लोकां नूं तेरी वडियाई करदा रहा कि परमात्मा कारज सवारदा है, अज जो थान दा कपड़ा सी वो भी दान कर दिता। पर जिन्हों कीता वो प्यारिओ आम मनुख नहीं सी, वो आप परमेश्वर सी, साधु दे भेस विच आया सी। कहंदे ने उधर भगत कबीर साहब गंगा दे किनारे गोडियां 'च मूंह रख करके परमात्मा नूं ध्या रहे ने ते घर दी चिंता भी लगी हुई है, माता की उडीकदी होवेगी, शाम दा समा हो गया। उधर परमेश्वर वाहिगुरू आप भगत कबीर साहब दा रूप धारण कर लिया। देखियो जिंदगी इदां दी होनी चाहिदी है। समा ते लंघदा जा रहा गुरु प्यारिओ, भगत कबीर साहब दा रूप धारण कर लिया ते गड्ढा ले लिया। जो जो विआह दे विच चाहीदा सी गुरु प्यारिओ, सारा समान घर दा राशन दा जो जो चाहीदा सी सारा गड्ढे विच भर लिया ते गड्ढा जो करके अपने घर दे अगे चले गए। आवाज मारी है, माता बाहर आओ। माता की देखदी है, एडा समान, हैरान हो गए। कबीर साहब दी माता लोई हैरान हो गए। कहंदे पुत्र एक ही समान लियांदा, कित्थों लियांदा है? एडा समान ते कदे देखिया नहीं। थान ते तैनूं मैं थोड़ा जिहा दित्ता सी, उहदे नाल ते इन्ना कुछ आ नहीं सकदा, कित्थों लियांदा पुੱਤ दस?
ਭਗਤ ਕਬੀਰ ਸਾਹਿਬ ਜਿਹੜੇ ਪਰਮੇਸ਼ਰ ਦਾ ਰੂਪ ਧਾਰਨ ਕਰਕੇ ਘਰ ਪਹੁੰਚੇ ਆ ਗੁਰੂ ਪਿਆਰਿਓ, ਕਹਿੰਦੇ ਨੇ ਪਰਮਾਤਮਾ ਵਾਹਿਗੁਰੂ ਭਗਤ ਕਬੀਰ ਸਾਹਿਬ ਦੇ ਰੂਪ ਵਿੱਚ ਬੋਲੇ, ਮਾਂ ਇੱਕ ਸ਼ਾਹੂਕਾਰ ਮਿਲ ਗਿਆ ਸੀ, ਉਹਨੇ ਬਹੁਤ ਚੰਗੇ ਪੈਸੇ ਦੇ ਦਿੱਤੇ ਆ, ਉਹਦੇ ਕਰਕੇ ਸਾਰਾ ਸਮਾਨ ਮੈਂ ਲੈ ਆਇਆ। ਚੰਗਾ ਕੀਤਾ ਪੁੱਤ। ਭਗਤ ਕਬੀਰ ਸਾਹਿਬ ਜੀ ਨੇ ਸਾਰਾ ਸਮਾਨ ਉਹ ਪਰਮੇਸ਼ਰ ਨੇ ਆਪ ਕਮਰਿਆਂ ਵਿੱਚ ਰੱਖਿਆ। ਗੁਰੂ ਪਿਆਰਿਓ, ਅਗਲਾ ਦਿਨ ਚੜ੍ਹਦਾ, ਭਗਤ ਕਬੀਰ ਸਾਹਿਬ ਗੰਗਾ ਦੇ ਕਿਨਾਰੇ ਤੇ ਬੈਠੇ ਐ, ਪਰਮੇਸ਼ਰ ਵਾਹਿਗੁਰੂ ਆਪ ਉਹਨਾਂ ਦੇ ਘਰ ਕਾਰਜ ਕਰ ਰਿਹਾ। ਅਗਲਾ ਦਿਨ ਚੜ੍ਹਦਾ, ਬਰਾਤ ਜਿਹੜੀ ਹੈ ਢੁੱਕ ਜਾਂਦੀ ਹੈ। ਗੁਰੂ ਪਿਆਰਿਓ, ਕਹਿੰਦੇ ਨੇ ਪਰਮਾਤਮਾ ਵਾਹਿਗੁਰੂ ਆਪ ਕਬੀਰ ਸਾਹਿਬ ਦਾ ਰੂਪ ਧਾਰਨ ਕੀਤਾ ਹੋਇਆ, ਕੱਪੜੇ ਵੀ ਚੰਗੇ ਸੋਹਣੇ ਪਾਏ ਹੋਏ ਐ, ਤੇ ਕਹਿੰਦੇ ਸਾਰੀ ਸੇਵਾ ਕਰਦੇ ਪਏ ਆ, ਬਰਾਤੀਆਂ ਨੂੰ, ਘਰਾਤੀਆਂ ਨੂੰ, ਸਾਰਿਆਂ ਦੀ ਸੇਵਾ। ਪਰ ਇੱਕ ਮਾਤਾ ਲੋਈ ਕੀ ਦੇਖਦੇ ਆ ਕਿ ਜਿਹੜੇ ਬਰਾਤੀਆਂ ਦੀ ਪੱਤਲ ਹੈ ਨਾ, ਝੂਠੀ ਪੱਤਲ, ਉਹਨੂੰ ਵੀ ਸਾਂਭਦੇ ਪਏ ਆ। ਕੇ ਕਬੀਰ ਨੂੰ ਕਿਹਾ, ਕਬੀਰ ਇਹ ਕੀ ਕਰਦਾ ਹੈ? ਤੁਹਾਨੂੰ ਸਾਰੇ ਲੋਕ ਦੇਖਦੇ ਆ, ਰਿਸ਼ਤੇਦਾਰ ਦੇਖਦੇ, ਇਹ ਕੀ ਕਰਦਾ ਪਿਆ? ਕਹਿੰਦੇ ਨਾ ਮਾਂ, ਇਹ ਵੀ ਜ਼ਰੂਰੀ ਹੈ ਸਾਨੂੰ ਸਾਂਭਣਾ। ਮਾਂ ਹੈਰਾਨ ਹੁੰਦੀ ਹੈ ਕਿ ਬਦਲਾਵ ਤੇ ਲੱਗਦਾ ਕੁਝ ਕਬੀਰ ਦੇ ਵਿੱਚ। ਕਬੀਰ ਏਦਾਂ ਦਾ ਕੰਮ ਕਦੇ ਨਹੀਂ ਕਰਦਾ ਸੀ। ਇਹ ਅੱਜ ਪਤਲਾ ਵੀ ਚੁੱਕਦਾ ਹੈ, ਸਭ ਕੁਝ ਕਰਦਾ ਪਿਆ, ਪਰ ਮਾਂ ਨੂੰ ਸ਼ੱਕ ਨਹੀਂ ਪਿਆ। ਗੁਰੂ ਪਿਆਰੇ, ਝੂਠੀਆਂ ਪਤਲਾਂ ਪਰਮੇਸ਼ਰ ਵਾਹਿਗੁਰੂ ਨੇ ਭਗਤ ਕਬੀਰ ਸਾਹਿਬ ਦੇ ਘਰ ਆਪ ਚੁੱਕੀਆਂ ਨੇ, ਆਪ ਸੰਭਿਆ। ਰਾਤ ਜਦੋਂ ਪਈ, ਬਰਾਤ ਘਰ ਵਾਪਸ ਚਲੇ ਗਈ, ਡੋਲੀ ਚਲੀ ਗਈ ਬੱਚੀ ਦੀ, ਬਰਾਤ ਚਲੀ ਗਈ ਤੇ ਮਾਂ ਪੁੱਛਦੀ ਹੈ ਪੁੱਤਰ, ਕਿਉਂਕਿ ਮਾਂ ਨੂੰ ਤੇ ਪਤਾ ਹੁੰਦਾ ਗੁਰੂ ਪਿਆਰੇ, ਜਿੱਥੋਂ ਮਰਜੀ ਛੁਪਾ ਲਾਂਗੇ, ਇੱਕ ਗੱਲ ਚੇਤੇ ਰੱਖਿਓ, ਮਾਂ ਦਾ ਹਿਰਦਾ ਸਭ ਜਾਣਦਾ, ਕੁਝ ਨਾ ਕੁਝ ਕਾਰਨ ਤੇ ਹੈ। ਬਰਾਤ ਚਲੀ ਗਈ, ਰਾਤ ਦਾ ਸਮਾਂ, ਭਗਤ ਕਬੀਰ ਸਾਹਿਬ ਦੇ ਕਮਰੇ ਵਿੱਚ ਆ ਗਈ, ਪੁੱਛਦੀ ਹੈ ਪੁੱਤਰ, ਮੇਰੇ ਮਨ ਦਾ ਸ਼ੰਕਾ ਜੇ ਦੂਰ ਨਹੀਂ ਹੋਇਆ, ਕੀ ਇੱਡੀ ਮਾਇਆ ਆਈ ਕਿੱਥੋਂ ਹੈ? ਮੈਂ ਤੈਨੂੰ ਕਹਿੰਦੀ ਸੀ ਪੁੱਤਰ, ਖੱਦਰ ਦਾ ਕੁਰਤਾ ਪਾਇਆ, ਤੂੰ ਵੀ ਚੰਗਾ ਪਾਲਾ, ਏਡਾ ਮਹਿੰਗਾ ਸੂਟ ਤੂੰ ਸਵਾਇਆ, ਬੱਚਿਆਂ ਨੂੰ ਏਡੇ ਮਹਿੰਗੇ ਕੱਪੜੇ ਲਿਆਂਦੇ ਆ, ਇੰਨਾ ਸੋਹਣਾ ਬਰਾਤ ਦਾ ਸਾਰਾ ਕਾਰਜ ਸਵਾਰਿਆ, ਸਾਰਾ ਪਿੰਡ ਜੈ ਜੈਕਾਰ ਕਰਦਾ ਹੈ, ਸਾਰਾ ਪਿੰਡ ਦੇਖਦਾ ਹੈ, ਜੇ ਵਿਆਹ ਕਰਨਾ ਹੈ ਤੇ ਕਬੀਰ ਸਾਹਿਬ ਦੀ ਧੀ ਵਾਂਗੂ ਕਰੇ। ਕਹਿੰਦੇ ਅੱਜ ਤੱਕ ਇਸ ਨਗਰ ਵਿੱਚ ਏਦਾਂ ਦਾ ਵਿਆਹ ਨਹੀਂ ਹੋਇਆ ਪੁੱਤਰ। ਮਾਂ ਵਿਰਾਗ ਵਿੱਚ ਵੀ ਹੈ, ਪਰ ਮਾਂ ਦੇ ਮਨ ਵਿੱਚ ਚਿੰਤਾ ਕੀ ਹੈ ਕਿ ਕਿਤੋਂ ਉਧਾਰ ਚੱਕ ਕੇ ਲਿਆਇਆ ਹੋਇਆ, ਕਿਤੋਂ ਨਾ ਕਿਤੋਂ ਵਿਆਜ ਤੇ ਲਿਆਇਆ ਹੋਏਗਾ। ਪੁੱਛਦੀ ਹੈ ਮਾਂ, ਕਹਿੰਦੀ ਹੈ ਪੁੱਤਰ, ਮੈਂ ਵੀ ਬੜੇ ਵਿਆਹ ਦੇਖੇ ਆ ਨਗਰ ਵਿੱਚ, ਬੜੇ ਬੜੇ ਸ਼ਾਹੂਕਾਰਾਂ ਦੇ ਵਿਆਹ ਦੇਖੇ ਆ, ਪਰ ਜਿੱਦਾਂ ਸਾਡੀ ਧੀ ਦਾ ਵਿਆਹ ਹੋਇਆ ਨਾ, ਇਦਾਂ ਦਾ ਵਿਆਹ ਨਹੀਂ ਮੈਂ ਕਦੇ ਦੇਖਿਆ। ਇੰਨੇ ਪਦਾਰਥ, ਇੰਨਾ ਸੋਹਣਾ ਵਿਆਹ, ਔਰ ਇੰਨੇ ਬਰਾਤੀ ਖੁਸ਼ ਹੋ ਕੇ ਜਾਣ, ਤੇਰੀਆਂ ਵਡਿਆਈਆਂ ਕਰਨ। ਪੁੱਤਰ, ਮਾਇਆ ਲਿਆਂਦੀ ਕਿੱਥੋਂ? ਮੈਂ ਕੁਝ ਵਿਆਜ ਚੁੱਕਿਆ, ਤੂੰ ਮੈਨੂੰ ਦੱਸ ਦੇ, ਆਪਾਂ ਇਕੱਠੇ ਉਤਾਰ ਦਾਂਗੇ। ਇਹ ਮਾਂ ਦਾ ਹਿਰਦਾ ਗੁਰੂ ਪਿਆਰਿਓ। ਹੁਣ ਮਾਂ ਤੇ ਸੋਚਦੀ ਹੈ ਜੇ ਵਿਆਜ ਤੇ ਲਿਆਂਦਾ ਹੋਏਗਾ ਤੇ ਕੁਝ ਨਾ ਕੁਝ ਇਕੱਠੇ ਉਤਾਰ ਦਾਂਗੇ, ਕਰਾਂਗੇ ਕੁਝ ਨਾ ਕੁਝ। ਕਬੀਰ ਸਾਹਿਬ ਦੀ ਮਾਂ ਪੁੱਛਦੀ ਰਹੀ, ਪਰਮੇਸ਼ਰ ਰੂਪ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਆ, ਕਹਿੰਦੇ ਮਾਂ ਹੁਣ ਮੈਂ ਥੱਕਿਆ ਹੋਇਆ, ਸਵੇਰੇ ਗੱਲ ਕਰਾਂਗੇ। ਮੈਂ ਹੁਣ ਥੱਕਿਆ ਹੋਇਆ, ਸਵੇਰੇ ਗੱਲ ਕਰਾਂਗੇ। ਕਹਿੰਦੇ ਚਲੋ ਠੀਕ ਹੈ। ਰਾਤ ਨੂੰ ਸੁੱਤੇ ਐ ਤੇ ਸਵੇਰ ਹੁੰਦਿਆਂ ਪਰਮੇਸ਼ਰ ਵਾਹਿਗੁਰੂ ਜਿਹੜੇ ਕਬੀਰ ਸਾਹਿਬ ਦੇ ਰੂਪ ਵਿੱਚ ਆਏ, ਅਲੋਪ ਹੋ ਗਏ। ਮਾਂ ਉੱਠਦੀ ਹੈ, ਪੁੱਛਾਂਗੀ ਜਾ ਕੇ ਸਵੇਰੇ, ਰਾਤ ਤੇ ਲੰਘ ਗਈ, ਕਿਉਂਕਿ ਮਾਂ ਦੇ ਮਨ ਵਿੱਚ ਚਿੰਤਾ ਸੀ, ਕਿੱਥੋਂ ਲਿਆਂਦੀ ਮਾਇਆ, ਕਿੱਥੋਂ ਵਿਆਜ ਚੁੱਕਿਆ। ਸਵੇਰ ਹੁੰਦਿਆਂ ਮਾਂ ਫਿਰ ਪਹੁੰਚ ਗਈ, ਦੇਖਦੀ ਹੈ ਬਿਸਤਰ ਖਾਲੀ ਹੈ, ਹੈਰਾਨ ਹੋ ਗਈ, ਸਵੇਰੇ ਕਿੱਥੇ ਚਲੇ ਗਿਆ। ਨੇੜੇ ਨੇੜੇ ਘਰਾਂ ਵਿੱਚ ਗੁਆਂਢੀਆਂ ਦੇ ਆਂਢ ਗੁਆਂਢ ਪੁੱਛਿਆ, ਕਬੀਰ ਤਾਂ ਨਹੀਂ ਦੇਖਿਆ? ਕਹਿੰਦੇ ਕਬੀਰ ਨਹੀਂ ਦੇਖਿਆ। ਜਿੱਥੇ ਕਬੀਰ ਸਾਹਿਬ ਸਾਧੂਆਂ ਦੀ ਮੰਡਲੀ ਵਿੱਚ ਜਾਂਦੇ ਸੀ, ਉੱਥੇ ਵੀ ਪੁੱਛ ਲਿਆ, ਸਾਰੇ ਨਗਰ ਵਿੱਚ ਪੁੱਛ ਲਿਆ, ਕਬੀਰ ਸਾਹਿਬ ਨਾ ਮਿਲੇ। ਪਰ ਮਾਂ ਦਾ ਹਿਰਦਾ ਜਾਣਦਾ ਹੈ, ਮਾਂ ਨੂੰ ਪਤਾ ਹੈ ਕਿ ਅੱਗੇ ਵੀ ਰੁੱਸਦਾ ਸੀ, ਕੋਈ ਜਗ੍ਹਾ ਸੀ ਜਿੱਥੇ ਜਾਂਦਾ ਸੀ, ਗੰਗਾ ਦਾ ਕਿਨਾਰਾ, ਉੱਥੇ ਚਲੇ ਗਏ। ਮਾਂ ਕਹਿੰਦੇ ਕਬੀਰ ਸਾਹਿਬ ਨੂੰ ਕੀ ਦੇਖਦੇ ਆ ਕਿ ਕਬੀਰ ਸਾਹਿਬ ਗੋਡਿਆਂ ਵਿੱਚ ਮੂੰਹ ਵਿੱਚ ਪਾ ਕਰਕੇ ਤੇ ਬੈਠੇ ਹੋਏ ਨੇ, ਚਿੰਤਾ ਵਿੱਚ
ਸਾਰਾ ਨਗਰ ਕੀ ਕਵੇਗਾ, ਮਾਂ ਕੀ ਕਹਿੰਦੀ ਹੋਵੇਗੀ, ਬਰਾਤ ਆਈ ਹੋਵੇਗੀ, ਕਿੱਦਾਂ ਬਰਾਤ ਦਾ ਕਾਰਜ ਸਵਰਿਆ ਹੋਵੇਗਾ, ਸਾਰੀ ਚਿੰਤਾ ਕਰਦੇ ਪਏ ਆ। ਮਾਂ ਨੇ ਜਾ ਕਰ ਕਹਿਲਾਇਆ, ਭਗਤ ਕਬੀਰ ਸਾਹਿਬ ਬੈਠੇ ਹੋ ਗਏ, ਕਹਿੰਦੇ ਤੂੰ ਮੇਰੀ ਗੱਲ ਦਾ ਗੁੱਸਾ ਕਰ ਲਿਆ। ਹੁਣ ਭਗਤ ਕਬੀਰ ਸਾਹਿਬ ਦੇ ਜਾਣਦੇ ਹੀ ਨਹੀਂ ਕਾਰਨ ਕੀ ਹੋਇਆ। ਮਾਂ ਕਹਿੰਦੀ ਹੈ ਪੁੱਤਰ ਗੁੱਸਾ ਕਰਕੇ ਸਵੇਰ ਆ ਕੇ ਇੱਥੇ ਬੈਠ ਗਿਆ। ਕਹਿੰਦੇ ਮਾਂ ਕੀ ਗੱਲ ਕਰਦੀ ਹੈ। ਕਹਿੰਦੇ ਪੁੱਤਰ ਮੈਂ ਤੇ ਤੈਨੂੰ ਪੁੱਛਦੀ ਸੀ ਰਾਤ ਮਾਇਆ ਕਿੱਥੋਂ ਲਿਆਂਦੀ ਹੈ, ਇਹ ਕਾਰਜ ਕਿਵੇਂ ਸਵਾਰਿਆ, ਤੂੰ ਗੁੱਸਾ ਹੀ ਕਰ ਲਿਆ, ਸਵੇਰ ਹੁੰਦਿਆਂ ਇੱਥੇ ਆ ਕੇ ਬੈਠ ਗਿਆ। ਜਦੋਂ ਇਹ ਬਚਨ ਸੁਣੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਮਾਂ ਬੋਲਦੀ ਕੀ ਹੈ, ਮੈਨੂੰ 3 ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਆਖੋ ਸਤਨਾਮ। ਕਹਿੰਦੇ ਜਿਸ ਦਿਨ ਖੱਦਰ ਦਾ ਥਾਨ ਲੈ ਕੇ ਆਏ ਉਸ ਦਿਨ ਤੋਂ ਬੈਠਿਆਂ, ਅੱਜ ਤੀਜਾ ਦਿਨ ਹੈ ਮਾਂ ਮੈਂ ਨਹੀਂ ਕਿਤੇ ਗਿਆ। ਮਾਂ ਹੈਰਾਨ ਹੋ ਗਈ, ਪੁੱਤਰ ਕਿਉਂ ਮਖੌਲਾ ਕਰਦਾ ਹੈ, ਕਿਉਂ ਮਜ਼ਾਕ ਕਰਦਾ ਮੇਰੇ ਨਾਲ, ਬੁੱਢੜੀ ਨਾਲ, ਮੈਨੂੰ ਪਤਾ ਤੂੰ ਗੁੱਸਾ ਕੀਤਾ ਮੇਰੀ ਗੱਲ ਦਾ, ਚੱਲ ਕੋਈ ਨਹੀਂ ਜਿੱਥੋਂ ਵੀ ਲਿਆਂਦੀ ਤੈਨੂੰ ਪਤਾ, ਘਰ ਚੱਲ। ਜਦੋਂ ਘਰ ਆਏ ਗੁਰੂ ਪਿਆਰਿਓ, ਪਿੰਡ ਵਿੱਚ ਨਗਰ ਵਿੱਚ ਵੜਨ ਲੱਗੇ, ਭਗਤ ਕਬੀਰ ਸਾਹਿਬ ਦੇ ਮਿੱਤਰ ਮਿਲ ਗਏ। ਕਹਿੰਦੇ ਕਬੀਰ ਸਾਨੂੰ ਯਕੀਨ ਨਹੀਂ ਸੀ। ਹੁਣ ਮਿੱਤਰ ਗੱਲ ਦੱਸ ਰਹੇ ਭਗਤ ਕਬੀਰ ਸਾਹਿਬ ਨੂੰ, ਮਾਂ ਨਾਲ ਹੈ। ਕਹਿੰਦੇ ਭਗਤ ਕਬੀਰ ਅਸੀਂ ਕਦੇ ਸੋਚਿਆ ਨਹੀਂ ਸੀ। ਕਹਿੰਦੇ ਕੀ ਹੋਇਆ। ਕਹਿੰਦੇ ਜਿੱਦਾਂ ਦਾ ਵਿਆਹ ਤੂੰ ਕੀਤਾ ਹੈ ਨਾ, ਇੱਕ ਨਗਰ ਨਹੀਂ ਨੇੜੇ ਨੇੜੇ ਸਾਰੇ ਨਗਰਾਂ ਵਿੱਚ ਤੇਰੀ ਵਡਿਆਈ ਹੋ ਰਹੀ ਹੈ। ਕਹਿੰਦੇ ਕੀ ਹੋਇਆ। ਕਹਿੰਦੇ ਇੰਨਾ ਚੰਗਾ ਵਿਆਹ, ਇੰਨੀ ਚੰਗੀ ਬਰਾਤ ਦੀ ਸੇਵਾ, ਇੰਨਾ ਕੁਝ ਕੀਤਾ ਹੈ। ਭਗਤ ਕਬੀਰ ਸਾਹਿਬ ਫਿਰ ਹੈਰਾਨ ਹੋ ਗਏ, ਕੁਝ ਨਾ ਕੁਝ ਕਾਰਨ ਤੇ ਹੈ। ਘਰ ਆਏ, ਮਾਂ ਨੇ ਬਿਠਾ ਲਿਆ, ਪੁੱਤਰ ਦੱਸ, ਪੁੱਤਰ ਤੂੰ ਬਹੁਤ ਚੰਗੀ ਸੇਵਾ ਕੀਤੀ ਹੈ, ਬਰਾਤ ਦੀ ਤੂੰ ਜੂਠੀਆਂ ਪਤਲਾਂ ਵੀ ਆਪ ਚੱਕਦਾ ਸੀ, ਮੈਂ ਤੈਨੂੰ ਕਈ ਵਾਰੀ ਹਟਾਇਆ, ਪੁੱਤਰ ਤੂੰ ਹਟਿਆ ਨਹੀਂ। ਦੇਖਿਓ ਗੁਰੂ ਪਿਆਰਿਓ ਬਚਨ, ਮਾਂ ਲੋਈ ਕਹਿੰਦੀ ਹੈ ਪੁੱਤਰ ਮੈਂ ਤੈਨੂੰ ਕਈ ਵਾਰੀ ਹਟਾਇਆ, ਜੂਠੀਆਂ ਪਤਲਾਂ ਨਾ ਚੁੱਕ, ਰਿਸ਼ਤੇਦਾਰ ਦੇਖਦੇ ਆ, ਤੂੰ ਉਦੋਂ ਹਟ ਜਾਂਦਾ ਸੀ ਪਰ ਬਾਅਦ ਵਿੱਚ ਫਿਰ ਲੱਗ ਜਾਂਦਾ ਸੀ। ਭਗਤ ਕਬੀਰ ਸਾਹਿਬ ਸਾਰਾ ਕੁਝ ਸੁਣਦੇ ਪਏ ਆ। ਜਦੋਂ ਇਹ ਬਚਨ ਸੁਣਿਆ ਨਾ, ਸਾਰੀ ਗੱਲ ਸੁਣੀ, ਅਖੀਰਲੀ ਗੱਲ ਸੁਣੀ, ਮਾਂ ਤੂੰ ਕੀ ਗੱਲ ਕਰਦੀ ਹੈ। ਕਹਿੰਦੇ ਪੁੱਤਰ ਸਾਰਾ ਵਿਆਹ ਚੰਗੀ ਤਰ੍ਹਾਂ ਕਰਾਇਆ ਤੂੰ, ਔਰ ਬਰਾਤ ਦੀਆਂ ਜੂਠੀਆਂ ਪਤਲਾਂ ਜਿਹੜੀਆਂ ਸਨ ਉਹ ਵੀ ਕਿਸੇ ਨੂੰ ਚੱਕਣ ਨਹੀਂ ਦਿੱਤੀਆਂ, ਤੂੰ ਆਪ ਹੀ ਚੱਕੀਆਂ। ਜਦੋਂ ਇਹ ਬਚਨ ਕੀਤੇ, ਕਹਿੰਦੇ ਭਗਤ ਕਬੀਰ ਸਾਹਿਬ ਦੇ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਨੇ, ਵਿਰਾਗ ਦੇ ਹੰਝੂ ਗੁਰੂ ਪਿਆਰਿਓ, ਪ੍ਰੇਮ ਦੇ ਹੰਝੂ ਵਹਿ ਤੁਰੇ। ਮਾਂ ਕਹਿੰਦੀ ਹੈ ਪੁੱਤਰ ਹੋਇਆ ਕਿ ਰੋਣ ਕਿਉਂ ਲੱਗ ਪਿਆ। ਕਹਿੰਦੀ ਮਾਂ, ਭਗਤ ਕਬੀਰ ਸਾਹਿਬ ਕਹਿੰਦੇ ਮਾਂ ਮੈਂ ਸੱਚੀ ਨਹੀਂ ਆਇਆ ਸੀ, ਆਖੋ ਸਤਨਾਮ। ਕਹਿੰਦੇ ਪੁੱਤਰ ਕੌਣ ਆਇਆ ਸੀ ਫਿਰ, ਜੇ ਤੂੰ ਨਹੀਂ ਆਇਆ, ਜੇ ਤੂੰ ਪਰਸੋਂ ਗੱਡਾ ਲੈ ਕੇ ਆਇਆ, ਸਾਰੀ ਬਰਾਤ ਨੂੰ ਆਪ ਸੰਭਾਲਿਆ, ਬਤਲਾਂ ਆਪ ਚੁੱਕੀਆਂ ਨੇ, ਅਖੀਰਕਾਰ ਰਾਤੀ ਤੂੰ ਸੁੱਤਾ, ਸਵੇਰ ਹੁੰਦਿਆਂ ਚਲੇ ਗਿਆ। ਭਗਤ ਕਬੀਰ ਸਾਹਿਬ ਦੇ ਅੱਖਾਂ ਵਿੱਚੋਂ ਹੰਝੂ ਨੇ ਤੇ ਕਹਿੰਦੇ ਮਾਂ ਮੈਂ 3 ਦਿਨ ਉੱਥੇ ਹੀ ਸੀ, ਇਹ ਸੱਚੀ ਗੱਲ ਹੈ ਤੂੰ ਮੰਨ ਲੈ। ਮਾਂ ਕਹਿੰਦੀ ਫਿਰ ਕੌਣ ਆਇਆ ਸੀ। ਭਗਤ ਕਬੀਰ ਸਾਹਿਬ ਕਹਿੰਦੇ ਜਿਹਦਾ ਤੂੰ ਰੋਜ਼ ਗੱਲ ਕਰਦੀ ਸੀ ਨਾ, ਕਿਹਦੇ ਨਾਲ ਕਿਹਦੀ ਭਗਤੀ ਕਰਦਾ, ਤੇ ਕਹਿੰਦੇ ਉਹ ਪਰਮੇਸ਼ਰ ਮੇਰਾ ਰੂਪ ਧਾਰਨ ਕਰਕੇ ਆਪ ਹੀ ਆਇਆ ਸੀ, ਆਖੋ ਸਤਨਾਮ। ਮਾਂ ਦੇ ਅੱਖਾਂ ਵਿੱਚੋਂ ਵੀ ਹੰਝੂ ਵਹਿ ਤੁਰੇ। ਪੁੱਤਰ ਮੈਂ ਤੈਨੂੰ ਕਹਿੰਦੀ ਸੀ ਕਿ ਮੇਰਾ ਪੁੱਤਰ ਵਿਗੜ ਗਿਆ, ਕਿਉਂਕਿ ਮਾਂ ਕਬੀਰ ਸਾਹਿਬ ਨੇ ਬੜੀ ਵਾਰੀ ਹੋਕਾ ਦਿੱਤਾ ਸੀ ਕਿ ਲੋਕੋ ਮੇਰਾ ਪੁੱਤਰ ਵਿਗੜ ਗਿਆ, ਇਹ ਕੰਮ ਨਹੀਂ ਕਰਦਾ ਜੀ, ਇਹ ਸਾਰਾ ਦਿਨ ਪਰਮਾਤਮਾ ਦੀ ਭਗਤੀ ਕਰਦਾ, ਬੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਮੁਸ ਮੁਸ ਰੋਵੇ ਕਬੀਰ ਕੀ ਮਾਈ। ਕਹਿੰਦੇ ਪੁੱਤਰ ਮੈਂ ਰੋਂਦੀ ਸੀ, ਇੱਕ ਰੋਣਾ ਉਹ ਸੀ ਕਿ ਸਾਰੇ ਲੋਕਾਂ ਨੂੰ ਦੱਸਦੀ ਸੀ ਕਬੀਰ ਕੰਮ ਨਹੀਂ ਕਰਦਾ, ਉਹ ਰੋਣਾ ਸੀ ਮੈਨੂੰ ਤੇਰੀ ਚਿੰਤਾ ਸੀ, ਪਰ ਰੋਂਦੀ ਅੱਜ ਵੀ ਆ, ਪਰ ਅੱਜ ਮੈਂ ਲੋਕਾਂ ਨੂੰ ਕਵਾਂਗੀ ਉੱਚੀ ਆਵਾਜ਼ ਵਿੱਚ, ਲੋਕੋ ਅੱਗੇ ਤਾਂ ਮੈਂ ਕਹਿੰਦੀ ਸੀ ਕਬੀਰ ਵਿਗੜ ਗਿਆ, ਪਰ ਹੁਣ ਜ਼ਰੂਰ ਕਹਿੰਦੀ ਆ ਕਬੀਰ ਵਾਕਈ ਵਿਗੜ ਗਿਆ, ਕਿਉਂਕਿ ਕਬੀਰ ਵਿਗੜ ਗਿਆ ਤਾਂ ਹੁਣ ਤੇ ਮੈਨੂੰ ਕਬੀਰ ਦੇ ਰਾਮ ਵਿੱਚ ਪਛਾਣ ਵੀ ਨਹੀਂ ਆਉਂਦੀ, ਆਖੋ ਸਤਨਾਮ। ਹੁਣ ਤੇ ਮੈਨੂੰ ਕਬੀਰ ਤੇ ਪਰਮਾਤਮਾ ਵਿੱਚ ਵੀ ਕੋਈ ਪਛਾਣ ਨਹੀਂ ਆਉਂਦੀ, ਕਬੀਰ ਵਾਕਈ ਹੁਣ ਵਿਗੜ ਗਿਆ।
परमेश्वर वाहिगुरु वैसा है। गुरु प्यारिओ ऐसी भगती कबीर साहब ने कीती और जिन्हां दी बाणी जदों असीं पढ़दे आ वार-वार बाणी दे विच जदों मन करके पढ़ांगे फिर साडे हिरदे नूं ਉਹ ਬਾਣੀ ਜਦੋਂ ਚੁੱਭਦੀ ਹੈ ਭਾਵ ਹਿਰਦੇ ਨੂੰ ਜਦੋਂ ਪ੍ਰੇਮ ਦੇ ਤੀਰ ਲੱਗਦੇ ਆ ਫਿਰ ਉਹ ਗੁਰੂ ਪਿਆਰੇ ਕੁਝ ਸਮਾਂ ਤੇ ਸੋਝੀ ਰਹਿੰਦੀ ਹੈ। ਬਾਣੀ ਪੜ੍ਹਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ। ਸੋ ਮਹਾਰਾਜ ਅੱਗੇ ਅਰਦਾਸ ਕਰੀਏ, ਸਤਿਗੁਰੂ ਤੂੰ ਸਾਰਿਆਂ ਦੇ ਘਰ ਬਿਦਰ ਦੇ ਘਰ ਪਹੁੰਚਿਆ। ਭਗਵਾਨ ਕ੍ਰਿਸ਼ਨ ਜੀ ਬੜਿਆਂ ਨੇ ਆਸ ਲਾ ਕੇ ਬੈਠੇ ਸੀ ਸਾਡੇ ਘਰ ਆਉਣਗੇ, ਪਰ ਬਿਦਰ ਦੇ ਘਰ ਬਿਦਰ ਪੁੱਛੋ ਬਿਦਰ ਦਾਸੀ ਸੁਤੈ। ਬਾਣੀ ਦਾ ਬਚਨ ਮੈਂ ਸਾਂਝਾ ਕਰਦਾ। ਕਹਿੰਦੇ ਨੇ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ। ਗੁਰੂ ਪਿਆਰਿਓ ਉਹ ਪਰਮੇਸ਼ਰ ਵਾਹਿਗੁਰੂ ਪ੍ਰੇਮ ਦਾ ਭੁੱਖਾ ਹੈ। ਮਤਾ ਸੋਚ ਲਿਓ ਕਿ ਉਹਨੂੰ ਪਦਾਰਥ ਚਾਹੀਦੇ ਹੈ, ਮਤਾ ਸੋਚ ਲਿਓ ਮਾਇਆ ਚਾਹੀਦੀ ਹੈ। ਗੁਰੂ ਪਿਆਰਿਓ ਤੇ ਕੇਵਲ ਪ੍ਰੇਮ ਦਾ ਭੁੱਖਾ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਪਿਆਰ ਕੀਤਾ ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੱਤੇ। ਅੱਜ ਦਾ ਪਾਵਨ ਮੁਖਵਾਕ ਭਗਤ ਕਬੀਰ ਸਾਹਿਬ ਕਹਿੰਦੇ ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਸਾਰੀ ਸੰਗਤ ਉੱਚੀ ਆਵਾਜ਼ ਵਿੱਚ ਕਹਿਤ ਕਬੀਰ ਸੁਨੋ ਰੇ ਪ੍ਰਾਨੀ, ਕਹਿਤ ਕਬੀਰ ਸੁਨੋ ਰੇ ਪ੍ਰਾਨੀ। ਸਾਰੀ ਸੰਗਤ ਉੱਚੀ ਆਵਾਜ਼ ਵਿੱਚ ਛੋਡੋ ਮਨ ਕੇ ਪਰਮਾ, ਛੋਡੋ ਮਨ ਕੇ ਪਰਮਾ। ਲਓ ਲਾਹਾ ਛੋਡੋ ਮਨ ਕੇ ਪਰਮਾ, ਛੋਡੋ ਮਨ ਕੇ ਪਰਮਾ। ਕੇਵਲ ਨਾਮ ਜਪੋ ਰੇ ਪ੍ਰਾਨੀ, ਕੇਵਲ ਨਾਮ ਜਪੋ ਰੇ ਪ੍ਰਾਨੀ। ਪਰੋ ਏਕ ਕੀ ਸਰਨਾ, ਪਰੋ ਏਕ ਕੀ ਸਰਨਾ। ਸਤਿਗੁਰੂ ਦੇ ਪਾਵਨ ਹੁਕਮਨਾਮੇ ਦੀ ਵਿਚਾਰ ਕਰਦੇ ਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ। ਧੰਨ ਗੁਰੂ ਗ੍ਰੰਥ ਸਾਹਿਬ ਆਪ ਸਮੂਹ ਸੰਗਤਾਂ ਬਖਸ਼ਣ ਯੋਗ ਨੇ, ਬਖਸ਼ ਲੈਣਾ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਪਾਰ ਬ੍ਰਹਮ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ। ਸਤਿਗੁਰੂ ਗਾਵਿਆ ਸੁਣਿਆ ਥਾਏ ਪਾ ਕਰਕੇ ਪਾਤਸ਼ਾਹ ਇੱਕੋ ਹੀ ਅਰਦਾਸ ਹੈ ਕਿ ਪਾਤਸ਼ਾਹ ਕਥਾ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਕਰਨ। ਆਉਣ ਵਾਲੇ ਸਮੇਂ ਵਿੱਚ ਸੱਚੇ ਪਾਤਸ਼ਾਹ ਵੱਧ ਚੜ ਕੇ ਆਪਣੇ ਦਰ ਦੀ ਵਡਿਆਈ ਬਖਸ਼ਣਾ ਕਰੋ, ਕਥਾ ਦੀ ਦਾਤ ਬਖਸ਼ਣਾ ਕਰੋ। ਤੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਸਭਨਾਂ ਨੂੰ ਵੱਧ ਚੜ ਕੇ ਆਪਣੇ ਦਰ ਦੀ ਪਾਤਸ਼ਾਹ ਪ੍ਰੀਤੀ ਨਾਮ ਧਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਕਰੋ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ।